प्यार भरी सत श्री अकाल। पंजाबी भाषा चैनल ते आप जी का स्वागत है। अज असी 7वीं जमात की पाठ पुस्तक माणक माला भाग 2 का 16वां पाठ बुलंद हौसले की मिसाल रजिंदर सिंह रहेलू जो बलजीत कौर साईं जी द्वारा लिखा गया है। ये इन्हां दी जीवनी है। ये तुहाडे पाठ पुस्तक दे विच 9वां पाठ है, पर तुहाडे सिलेबस विच 16वां पाठ है। तो जो तुहाडी दूजी छमाही विच आउंदा है तो असीं इसनूं 16 पाठ नंबर 16 तो ही पढ़ांगे। आओ शुरू करते हैं। जिंदगी इन्ने दर्द दिंदी है फिर भी उम्मीद रहिंदी है। दिल कहंदा है कुछ नहीं हो सकदा, कुछ तो होगा उम्मीद कहंदी है। जिंदगी दीयां मुसीबतां नूं खुशी, निराशा नूं उम्मीद अते हार नूं जिੱਤ विच तब्दील किवें कीता जा सकदा है। इस दी जिउंदी जागदी मिसाल है अर्जुन अवार्डी रजिंदर सिंह रहेलू। ਜ਼ਿਲ੍ਹਾ ਜਲੰਧਰ ਵਿੱਚ ਆਉਂਦੇ ਪਿੰਡ ਮਹਿਸਮਪੁਰ ਵਿਖੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਅਤੇ ਪਿਤਾ ਸ਼੍ਰੀ ਰਤਨ ਸਿੰਘ ਦੇ ਘਰ 22 ਜੁਲਾਈ 1973 ਵਿੱਚ ਪੈਦਾ ਹੋਏ ਰਜਿੰਦਰ ਸਿੰਘ ਨੂੰ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਸ ਲਈ ਜ਼ਿੰਦਗੀ ਸਿਰਫ ਫੁੱਲਾਂ ਦੀ ਸੇਜ नहीं है, मतलब बहुत अच्छी नहीं है। बहुत सारी मुसीबतें, उसकी बहुत सारे संघर्ष उसे करने पड़ेंगे। रजिंदर सिंह ने जन्म तो 8 महीने बाद माता पिता ਨੂੰ ਇਹ ਮਹਿਸੂਸ ਹੋਇਆ ਕਿ ਉਸਦੇ ਦੋਵੇਂ ਪੈਰ ਕੰਮ ਨਹੀਂ ਕਰ ਰਹੇ। ਡਾਕਟਰੀ ਚੈੱਕਅਪ ਕਰਾਉਣ ਤੋਂ ਬਾਅਦ ਮਾਤਾ ਪਿਤਾ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰਜਿੰਦਰ ਸਿੰਘ ਦੀਆਂ ਲੱਤਾਂ ਪੋਲੀਓ ਦਾ ਸ਼ਿਕਾਰ ਹੋਣ ਕਰਕੇ ਨਕਾਰਾ ਹੋ ਚੁੱਕੀਆਂ ਹਨ। ਉਸ ਸਮੇਂ ਬਹੁਤ ਹੀ ਸੀਮਿਤ ਸਾਧਨਾਂ ਦੇ ਬਾਵਜੂਦ ਮਾਤਾ ਪਿਤਾ ਨੇ ਥਾਂ-ਥਾਂ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਹੀਂ ਮਿਲੀ। 10 ਸਾਲ ਦੀ ਉਮਰ ਤੱਕ ਮਾਂ-ਬਾਪ ਗੋਦੀ ਵਿੱਚ ਚੁੱਕ ਕੇ ਇਲਾਜ ਲਈ ਦਰ-ਦਰ ਘੁੰਮਦੇ ਰਹੇ। ਅਖੀਰ ਸਾਰਾ ਸਮਾਂ ਮੰਜੇ 'ਤੇ ਲੇਟੇ ਰਹਿਣ ਵਾਲੇ ਰਜਿੰਦਰ ਸਿੰਘ ਨੇ ਹਾਲਾਤ ਨਾਲ ਸਮਝੌਤਾ ਕਰਕੇ ਉਸ ਦੇ ਗੁਲਾਮ ਬਣਨ ਦੀ ਬਜਾਏ ਹਾਲਾਤ ਨੂੰ ਆਪਣਾ ਗੁਲਾਮ ਬਣਾਉਣਾ ਬਿਹਤਰ ਸਮਝਿਆ। ਜ਼ਿੰਦਗੀ ਦੀ ਇਸ ਜੰਗ ਵਿੱਚ ਰਜਿੰਦਰ ਸਿੰਘ ਨੇ ਸਭ ਤੋਂ ਪਹਿਲੀ ਕੋਸ਼ਿਸ਼ ਕਰਕੇ ਆਪਣੇ ਭਾਰ ਨੂੰ ਸੰਭਾਲ ਕੇ ਬੈਠਣਾ ਸਿੱਖਿਆ। ਜਦੋਂ ਮਾਤਾ ਪਿਤਾ ਇਲਾਜ ਲਈ 10 ਸਾਲ ਗੋਦ ਵਿੱਚ ਚੁੱਕ ਕੇ ਇੱਧਰ ਉੱਧਰ ਘੁੰਮਦੇ ਰਹੇ ਤਾਂ ਉਲਟ ਸਥਿਤੀਆਂ ਦੇ ਹੁੰਦੇ ਹੋਏ ਵੀ ਆਪਣੇ ਮਾਤਾ ਪਿਤਾ ਦੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਰਜਿੰਦਰ ਸਿੰਘ ਵਿੱਚ ਸਕਾਰਾਤਮਕ ਸੋਚ ਪੈਦਾ ਹੋ ਗਈ। ਰਜਿੰਦਰ ਸਿੰਘ ਨੇ ਗਰੀਬੀ ਦੀ ਦਸ਼ਾ ਵਿੱਚ ਵੀ ਆਪਣੇ ਮਾਂ-ਬਾਪ ਦੇ ਮੂੰਹ 'ਤੇ ਕਦੀ ਵੀ ਨਿਰਾਸ਼ਾ ਦਾ ਪਰਛਾਵਾਂ ਝਲਕਿਆ ਵੇਖਿਆ ਨਹੀਂ ਸੀ ਅਤੇ ਹਮੇਸ਼ਾ ਇਹ ਕਹਿੰਦੇ ਸੁਣਿਆ ਸੀ ਕਿ ਦੂਸਰੇ ਬੱਚਿਆਂ ਦੀ ਤਰ੍ਹਾਂ ਸਾਡਾ ਰਜਿੰਦਰ ਵੀ ਦੌੜਨ ਲੱਗ ਪਵੇਗਾ। ਇਸ ਗੱਲ ਨੇ ਬਚਪਨ ਵਿੱਚ ਹੀ ਰਜਿੰਦਰ ਸਿੰਘ ਨੂੰ ਜ਼ਿੰਦਗੀ ਵਿੱਚ ਉਮੀਦ ਦਾ ਪੱਲਾ ਹਮੇਸ਼ਾ ਘੁੱਟ ਕੇ ਅੱਛੇ ਸੇ ਕੱਸ ਕੇ ਫੜਨ ਰੱਖਣ ਦਾ ਪਾਠ ਪੜ੍ਹਾ ਦਿੱਤਾ। ਰਜਿੰਦਰ ਸਿੰਘ ਦੋ ਭੈਣਾਂ ਅਤੇ ਤਿੰਨ ਭਰਾਵਾਂ ਮਤਲਬ 3 ਭਾਈ ਵਿੱਚੋਂ ਸਭ ਤੋਂ ਛੋਟਾ ਸੀ ਤੇ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਸੀ ਤੇ ਸਾਰੇ ਇਸ ਨੂੰ ਰੱਜ ਕੇ ਪਿਆਰ ਕਰਦੇ ਸਨ। ਸਾਰੇ ਭੈਣ ਭਰਾ ਸਕੂਲ ਵਿੱਚ ਪੜ੍ਹਨ ਜਾਂਦੇ ਸਨ। ਰਜਿੰਦਰ ਨੇ ਜਿੱਦ ਕੀਤੀ ਉਹ ਵੀ ਸਕੂਲ ਪੜ੍ਹਨ ਜਾਣਾ ਚਾਹੁੰਦਾ ਹੈ ਤੇ ਫਿਰ ਉਸਨੂੰ ਵੀ ਉਸਦੀ ਜਿੱਦ ਕਰਕੇ ਸਕੂਲ 'ਚ ਦਾਖਲ ਕਰਵਾਇਆ। ਸਕੂਲ ਛੱਡਣ ਤੇ ਲਿਜਾਉਣ ਦੀ ਜ਼ਿੰਮੇਵਾਰੀ ਵੱਡੇ ਭਰਾਵਾਂ ਦੇ ਜ਼ਿੰਮੇ ਲੱਗੀ। 8ਵੀਂ ਜਮਾਤ ਰਜਿੰਦਰ ਨੇ ਆਪਣੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਤੋਂ ਪਾਸ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਪੜ੍ਹਾਈ ਲਾਗਲੇ ਪਿੰਡ ਬੀੜ ਬੰਸੀਆਂ ਜੱਜਾ ਢੀਂਡਸਾ ਜਲੰਧਰ ਵਿਖੇ ਸਰਕਾਰੀ ਸੈਕੰਡਰੀ ਸਕੂਲ 'ਚ ਦਾਖਲ ਹੋ ਕੇ ਅਗਲੀ ਮੰਜ਼ਿਲ ਲਈ ਚੱਲ ਪਿਆ। ਦੋਵਾਂ ਵੱਡਿਆਂ ਭਰਾਵਾਂ ਦੀ ਸਕੂਲੀ ਪੜ੍ਹਾਈ ਸਮਾਪਤ ਹੋ ਚੁੱਕੀ ਸੀ। ਇਸ ਲਈ ਹੁਣ ਸਕੂਲੀ ਛੱਡਣ ਤੇ ਲਿਜਾਉਣ ਦੀ ਸਮੱਸਿਆ ਹੋਣ ਲੱਗੀ। ਪਿਤਾ ਜੀ ਬੜੀ ਮੁਸ਼ਕਿਲ ਨਾਲ ਉਸਨੂੰ ਚੁੱਕ ਕੇ ਛੱਡ ਕੇ ਆਉਂਦੇ। ਰਜਿੰਦਰ ਸਿੰਘ ਰਹੇਲੂ ਕਮਜ਼ੋਰ ਪਿਤਾ ਦਾ ਸਹਾਰਾ ਬਣਨ ਦੀ ਬਜਾਏ ਆਪਣਾ ਭਾਰ ਉਸਦੇ ਮੋਢਿਆਂ 'ਤੇ ਵੇਖ ਕੇ ਆਪਣੇ ਆਪ ਨੂੰ ਕੋਸਦਾ ਸੀ। ਉਹ ਛੋਟੇ ਵੱਡੇ ਕੰਮਾਂ ਵਾਸਤੇ ਮਦਦ ਲਈ ਕਿਸੇ ਦੇ ਸਹਾਰੇ ਦੀ ਭਿੱਖਿਆ ਮਤਲਬ ਭੀਖ ਮੰਗਣੀ ਚੰਗੀ ਨਹੀਂ ਸੀ ਸਮਝਦਾ। ਇਸ ਲਈ ਘਰ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਕੰਮ ਉਸਨੇ ਰਿੜ ਕੇ ਕਰਨੇ ਆਰੰਭ ਕਰ ਦਿੱਤੇ। ਅਚਾਨਕ ਮੁਸ਼ਕਿਲ ਨਾਲ ਸਕੂਲ ਆਉਂਦੇ ਜਾਂਦੇ ਰਜਿੰਦਰ ਸਿੰਘ ਨੂੰ ਲਾਗਲੇ ਪਿੰਡ ਦੇ ਸਕੂਲ ਦੀ ਅਧਿਆਪਿਕਾ ਨੇ ਵੇਖਿਆ ਜੋ ਖੁਦ ਵੀ ਪੋਲੀਓ ਦੇ ਕਾਰਨ ਅਪੰਗ ਮਤਲਬ ਅਪਾਹਿਜ। ਉਸਨੇ ਰਜਿੰਦਰ ਨੂੰ ਇੱਕ ਟਰਾਈਸਾਈਕਲ ਦਾ ਦਾਨ ਵਿੱਚ ਦੇਣ ਲਈ ਰਜਿੰਦਰ ਤੋਂ ਇਜਾਜ਼ਤ ਮੰਗੀ। ਘਰ ਦੀ ਵਿੱਤੀ ਹਾਲਤ ਮਤਲਬ ਘਰ ਕੀ ਆਰਥਿਕ ਸਥਿਤੀ ਹਾਲਤ ਵੇਖਦੇ ਹੋਏ ਰਜਿੰਦਰ ਨੇ ਟਰਾਈਸਾਈਕਲ ਖਰੀਦਣ ਲਈ ਕਦੇ ਸੋਚਿਆ ਨਹੀਂ ਸੀ। ਅਧਿਆਪਿਕਾ ਦੇ ਇਸ ਉਪਕਾਰ ਨਾਲੋਂ ਦਿਲੋਂ ਰਜਿੰਦਰ ਸਿੰਘ ਦੇ ਸੁਪਨਿਆਂ ਨੂੰ ਪੈਰ ਲੱਗ ਗਏ। 1993 ਵਿੱਚ 12ਵੀਂ ਦੀ ਪੜ੍ਹਾਈ ਤੋਂ ਬਾਅਦ ਰਜਿੰਦਰ ਸਿੰਘ ਨੂੰ ਭਵਿੱਖ ਵਾਸਤੇ ਕੋਈ ਸਿੱਧਾ ਰਸਤਾ ਨਜ਼ਰੀ ਨਹੀਂ ਸੀ ਆ ਰਿਹਾ। ਰਜਿੰਦਰ ਦਾ ਆਪਣਾ ਭਾਵੇਂ ਕੋਈ ਵੀ ਰੋਲ ਮਾਡਲ ਨਹੀਂ ਸੀ, ਪਰ ਉਹ ਦੂਸਰਿਆਂ ਲਈ ਰੋਲ ਮਾਡਲ ਬਣਨਾ ਚਾਹੁੰਦਾ ਸੀ। ਰੋਲ ਮਾਡਲ मतलब दूसरे उससे प्रेरणा लें और वो उसको देख के वो आगे बढ़े। ਉਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜਿਸ ਨਾਲ ਵੱਖਰੀ ਪਛਾਣ ਬਣ ਸਕੇ। ਰਜਿੰਦਰ ਦੇ ਹਰ ਸ਼ੁਭਚਿੰਤਕ ਦੀ ਸਲਾਹ ਅਨੁਸਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਇੱਕ RMP ਡਾਕਟਰ ਨਾਲ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕੀਤੀ, ਪਰ ਜਲਦੀ ਅਹਿਸਾਸ ਹੋਇਆ ਕਿ ਸੈਲਫ ਤੋਂ ਦਵਾਈ ਲੈ ਕੇ ਮਰੀਜ਼ ਨੂੰ ਦੇਖਣ ਤੱਕ ਦੀ ਪ੍ਰਤੀਕਿਰਿਆ
ਪੈਰਾਂ ਤੋਂ ਬਿਨਾਂ ਜ਼ਿੰਮੇਵਾਰੀ ਨਾਲ ਨਹੀਂ ਨਿਭਾਈ ਜਾ ਸਕਦੀ। ਉਸੇ ਡਾਕਟਰ ਦੀ ਸਲਾਹ ਨਾਲ ਟਾਈਪਿੰਗ ਸਿੱਖਣੀ ਸ਼ੁਰੂ ਕਰ ਦਿੱਤੀ। ਕਮਰਸ਼ੀਅਲ ਟਾਈਪਿੰਗ ਟ੍ਰੇਨਿੰਗ ਦੇ ਨਾਲ ਅਕਾਊਂਟਸ ਦੀ ਟ੍ਰੇਨਿੰਗ ਵੀ ਸ਼ੁਰੂ ਕਰ ਦਿੱਤੀ। ਇਹ ਸਭ ਸਿੱਖਣ ਤੋਂ ਬਾਅਦ ਘਰ ਦੀ ਹਾਲਤ ਦੇਖਦੇ ਹੋਏ ਕਈ ਫੈਕਟਰੀਆਂ ਵਿੱਚ ਅਕਾਊਂਟਸ ਦੇ ਕੰਮ ਲਈ ਇੰਟਰਵਿਊ ਦਿੱਤੇ, ਪਰੰਤੂ ਹਰ ਕੋਈ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੰਦਾ ਕਿ ਅਪੰਗ ਵਿਅਕਤੀ ਦੀ ਜ਼ਰੂਰਤ ਸਾਨੂੰ ਕੋਈ ਨਹੀਂ ਹੈ। ਆਪਣੇ ਸੁਪਨੇ ਸਾਕਾਰ ਕਰਨ ਲਈ ਮਾਂ-ਬਾਪ 'ਤੇ ਬੋਝ ਨਾ ਬਣਾ, ਇਸ ਲਈ ਰਜਿੰਦਰ ਨੇ ਘਰ ਹੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਵੱਡੇ ਭਰਾ ਦੀ ਸਕੂਟਰਾਂ ਦੀ ਵਰਕਸ਼ਾਪ ਸੀ। ਹਰ ਵੇਲੇ ਕੁਝ ਨਾ ਕੁਝ ਸਿੱਖਣ ਦੀ ਲਾਲਸਾ ਹਮੇਸ਼ਾ ਹੀ ਦਿਲ ਵਿੱਚ ਲੱਗੀ ਰਹਿੰਦੀ ਸੀ। ਦੁਪਹਿਰ ਵੇਲੇ ਭਰਾ ਨੂੰ ਖਾਣਾ ਦੇਣ ਜਾਣ ਕਾਰਨ ਰਜਿੰਦਰ ਸਿੰਘ ਨੇ ਸਕੂਟਰ ਰਿਪੇਅਰ ਕਰਨ ਦਾ ਕੰਮ ਵੀ ਸਿੱਖ ਲਿਆ। ਅਚਾਨਕ ਜ਼ਿੰਦਗੀ ਨੇ ਇੱਕ ਅਜਿਹਾ ਮੋੜ ਲਿਆ ਕਿ ਵੱਡੇ ਭਰਾ ਦਾ ਇੱਕ ਵੇਟ ਲਿਫਟਰ ਦੋਸਤ ਵਰਕਸ਼ਾਪ 'ਤੇ ਮਿਲਣ ਲਈ ਆਇਆ ਤੇ ਰਜਿੰਦਰ ਸਿੰਘ ਨੇ ਪੁੱਛਿਆ ਕਿ ਉਹ ਵੀ ਪਾਵਰ ਲਿਫਟਿੰਗ ਕਰ ਸਕਦਾ ਹੈ। ਉਹ ਦੋਸਤ ਨੇ ਉਤਸ਼ਾਹ ਦਿੰਦਿਆਂ ਜਿਮ ਵਿੱਚ ਆਉਣ ਦਾ ਸੱਦਾ ਦਿੱਤਾ। ਇੱਥੇ ਹੀ ਰਜਿੰਦਰ ਦੀ ਜ਼ਿੰਦਗੀ ਦੇ ਸੁਪਨੇ ਸਾਕਾਰ ਹੋਣੇ ਸ਼ੁਰੂ ਹੋ ਗਏ, ਕਿਉਂਕਿ ਉਸਨੇ ਸੋਚਿਆ ਪਾਵਰ ਲਿਫਟਿੰਗ ਮੈਂ ਵੀ ਕਰਾਂਗਾ, ਤੇ ਉਸ ਤੋਂ ਬਾਅਦ ਉਹ ਅੱਗੇ ਦੀ ਅੱਗੇ ਵੱਧਦਾ ਗਿਆ। ਦੇਖਦੇ ਹਾਂ, ਰਜਿੰਦਰ ਸਿੰਘ ਨੇ 1997 ਵਿੱਚ ਪਹਿਲੀ ਪਾਵਰ ਲਿਫਟਿੰਗ ਦੇ ਵਿੱਚ ਪੰਜਾਬ ਓਪਨ ਬੈਚ ਪ੍ਰੈਸ ਚੈਂਪੀਅਨशिप ਵਿੱਚ ਹਿੱਸਾ ਲੈ ਕੇ सोन तगमा मतलब सोने का ਮੈਡਲ ਜਿੱਤਿਆ, ਜਿਸ ਤੋਂ ਬਾਅਦ ਮੁੜ ਕਦੇ ਪਿੱਛੇ ਨਹੀਂ ਤੱਕਿਆ। ਆਪਣੀ ਖੇਡ ਵਿੱਚ ਹੋਰ ਸੁਧਾਰ ਕਰਕੇ ਅਤੇ ਬਾਰੀਕੀਆਂ ਹਾਸਲ ਕਰਨ ਲਈ ਰਜਿੰਦਰ ਸਿੰਘ ਰਾਮਗੜੀਆ ਕਾਲਜ ਫਗਵਾੜਾ ਵਿੱਚ ਦਿਨ ਰਾਤ ਮਿਹਨਤ ਕਰਨ ਲੱਗਾ। ਘਰ ਤੋਂ 25 ਕਿਲੋਮੀਟਰ ਦੂਰ ਟਰਾਈਸਾਈਕਲ 'ਤੇ ਟ੍ਰੇਨਿੰਗ ਲਈ ਜਾਣਾ ਤੇ ਘਰ ਜਾ ਕੇ ਕਈ ਸ਼ਿਫਟਾਂ ਵਿੱਚ ਟਿਊਸ਼ਨ ਪੜ੍ਹਾਉਣਾ ਕਿਸੇ ਵੀ ਭਗਤੀ ਤੋਂ ਘੱਟ ਨਹੀਂ ਹੈ। ਕਹਿੰਦੇ ਹਨ ਕਿ ਕੁਝ ਜ਼ਖਮ ਸਦੀਆਂ ਤੋਂ ਬਾਅਦ ਵੀ ਤਾਜ਼ਾ ਰਹਿੰਦੇ ਹਨ। ਵਕਤ ਕੋਲ ਵੀ ਹਰ ਮਰਜ਼ ਦੀ ਦਵਾ ਨਹੀਂ ਹੁੰਦੀ। ਉਹ ਵਕਤ ਰਜਿੰਦਰ ਦੀ ਜ਼ਿੰਦਗੀ ਦਾ ਸੰਘਰਸ਼ ਦਾ ਸਮਾਂ ਸੀ ਜੋ ਉਸਨੂੰ ਕਦੇ ਨਹੀਂ ਭੁੱਲਿਆ। ਉਸਦੀ ਯਾਦ ਅੱਜ ਵੀ ਉਸਦੇ ਦਿਲੋਂ ਦਿਮਾਗ 'ਤੇ ਤਾਜ਼ਾ ਹੈ। ਇੱਕ ਦਰਦਨਾਕ ਘਟਨਾ ਦਾ ਦਰਦ ਉਸਨੂੰ ਹਮੇਸ਼ਾ ਹੀ ਯਾਦ ਰਹਿੰਦਾ ਹੈ ਕਿ 1998 ਦੇ ਵਿੱਚ ਇਸ ਦੀ ਚੋਣ ਮਤਲਬ ਉਨਕਾ ਚੁਣਾਵ ਨੈਸ਼ਨਲ ਲਈ ਹੋਈ ਸੀ। ਇਸ ਨੇ ਛਿੰਦਵਾੜਾ ਜਾਣਾ ਸੀ। ਜਦੋਂ ਰਜਿੰਦਰ ਨੇ ਪਟਿਆਲਾ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਤੱਕ ਜਾਣਾ ਸੀ ਤਾਂ ਉਸਨੂੰ ਰਿੜ ਕੇ मतलब अपने पैरों के हाथों के बल जैसे छोटे बच्चे चलते हैं कि जाना पिया। इस तो बाद पटियाला तो दिल्ली तो नागपुर ते फिर छिंदवाड़ा जाना सी। दिल्ली दे 12 प्लेटफार्म सन जो उसने रिड़ के पार किते। पार करदिया रजिंदर दे हत्थां ते गोडियां उपर छाले पै गए। ਉਸ ਦੇ ਨਾਲ ਗਿਆ ਕਸ਼ਮੀਰ ਸਿੰਘ ਰਜਿੰਦਰ ਨੂੰ ਚੁੱਕ ਕੇ ਲਿਜਾਣ ਦੇ ਕਾਬਿਲ ਨਹੀਂ ਸੀ, ਪਰ ਰਜਿੰਦਰ ਸਿੰਘ ਨੇ ਆਪਣੇ ਆਪ ਨੂੰ ਕਦੇ ਕਮਜ਼ੋਰ ਨਹੀਂ ਸਮਝਿਆ। ਅਖੀਰ ਬੜੀ ਮੁਸ਼ਕਿਲ ਨਾਲ ਛਿੰਦਵਾੜਾ ਪੁੱਜੇ। ਕਸ਼ਮੀਰ ਸਿੰਘ ਰਜਿੰਦਰ ਨੂੰ ਗੈਸਟ ਹਾਊਸ ਤੋਂ ਕਿਸੇ ਤੋਂ ਉਧਾਰ ਸਾਈਕਲ ਮੰਗ ਕੇ ਸਟੇਡੀਅਮ ਤੱਕ ਰੋਜ਼ਾਨਾ ਲੈ ਜਾਂਦਾ ਰਿਹਾ। ਇਸੇ ਤਰ੍ਹਾਂ ਰਜਿੰਦਰ ਨੇ ਜ਼ਿੰਦਗੀ ਦੇ ਫਿਰ ਵਿੱਚ ਅੱਗੇ ਵਧਣ ਲਈ ਬਹੁਤ ਹੀ ਮਿਹਨਤ ਕੀਤੀ। ਕਈ ਸਵ ਸੇਵੀ ਸੰਸਥਾਵਾਂ ਦੇ ਦਾਨੀ ਸੱਜਣਾ ਅੱਗੇ ਵੀ ਰਜਿੰਦਰ ਸਿੰਘ ਨੇ ਵਿੱਤੀ ਮਦਦ ਲਈ ਝੋਲੀ ਫੈਲਾਈ ਤੇ ਦਰ ਖੜਕਾਏ ਤੇ ਕਿਉਂਕਿ ਕੌਮਾਂਤਰੀ ਪੱਧਰ ਤੱਕ ਖੇਡ ਸਫ਼ਰ ਨੂੰ ਬਿਨਾਂ ਵਿੱਤੀ ਮਦਦ ਤੋਂ ਆਰਥਿਕ ਮਦਦ ਦੇ ਲੈ ਕੇ ਜਾਣਾ ਅਸੰਭਵ ਸੀ, क्योंकि वहाँ जाने के लिए तो उसे पैसे चाहिए होते थे। ਇਸ ਤੋਂ ਬਾਅਦ ਰਹੇਲੂ ਨੇ ਪੈਰਾ ਓਲੰਪਿਕ ਖੇਡਾਂ ਦੇ ਖੇਤਰ ਵਿੱਚ ਨਿੱਤ ਨਵੇਂ ਰਿਕਾਰਡ ਕਾਇਮ ਕੀਤੇ। 2005 ਵਿੱਚ ਇਸ ਨੂੰ ਭਾਰਤ ਸਰਕਾਰ ਨੇ ਅਰਜੁਨ ਐਵਾਰਡੀ ਸਰਵੋਤਮ ਸਪੋਰਟਸ ਪਰਸਨ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ। ਰਜਿੰਦਰ ਸਿੰਘ ਰਹੇਲੂ ਨੇ ਹੁਣ ਤੱਕ ਨੈਸ਼ਨਲ ਖੇਡਾਂ ਵਿੱਚ 14 ਸੋਨ ਤਗਮੇ ਜਿੱਤੇ ਹਨ ਤੇ 4 ਨਵੇਂ ਨੈਸ਼ਨਲ ਰਿਕਾਰਡ ਕਾਇਮ ਕੀਤੇ ਹਨ। 4 ਵਾਰੀ ਸਟਰੋਂਗਮੈਨ ਆਫ ਇੰਡੀਆ ਦਾ ਖਿਤਾਬ ਜਿੱਤਿਆ। ਅੱਜ ਰਜਿੰਦਰ ਸਿੰਘ ਰਹੇਲੂ ਪੰਜਾਬ ਖੇਡ ਵਿਭਾਗ ਵਿੱਚ ਬਤੌਰ ਪਾਵਰ ਲਿਫਟਿੰਗ ਦੇ ਕੋਚ ਵਜੋਂ ਸੇਵਾ ਨਿਭਾ ਰਿਹਾ ਹੈ। ਉਹ ਕਈ ਖਿਡਾਰੀਆਂ ਦਾ ਗੁਰੂ ਅਤੇ ਕਈਆਂ ਦੇ ਰੋਲ ਮਾਡਲ ਦੀ ਭੂਮਿਕਾ ਨਿਭਾ ਰਿਹਾ ਹੈ। ਰਜਿੰਦਰ ਸਿੰਘ ਆਪਣੇ ਵਰਗੇ ਲੋਕਾਂ ਅਤੇ ਖਿਡਾਰੀਆਂ ਨੂੰ ਹਮੇਸ਼ਾ ਇਹ ਪ੍ਰੇਰਨਾ ਦਿੰਦਾ ਹੈ ਕਿ ਖੁਦ ਨੂੰ ਕਿਸੇ ਵੀ ਸਥਿਤੀ ਵਿੱਚ ਕਮਜ਼ੋਰ ਨਾ ਸਮਝੋ। ਅੱਗੇ ਵਧਣ ਲਈ ਹਮੇਸ਼ਾ ਸਕਾਰਾਤਮਕ ਸੋਚ ਰੱਖੋ। ਖੁਦ ਆਪਣੇ ਆਪ ਦੀ ਇੱਜ਼ਤ ਕਰੋ, ਤਾਂ ਹੀ ਦੂਸਰੇ ਤੁਹਾਨੂੰ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਣਗੇ। ਇਨਸਾਨ ਦਾ ਸਰੀਰ ਇੱਕ ਦਿਨ ਖਤਮ ਹੋਣਾ ਹੀ ਹੈ, ਇਸ ਲਈ ਹਰ ਦਿਨ ਦਾ ਆਨੰਦ ਮਾਣੋ ਤੇ ਬਿਨਾਂ ਕੁਝ ਨਵਾਂ ਸਿੱਖਦੇ ਰਹੋ, ਤਾਂ ਜ਼ਿੰਦਗੀ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ। इस कहानी तो सानू सिक्ख्या मिलती है कि किसी उल्ट परिस्थितियाँ हमारे अनुकूल ना भी हो तो हमें हार नहीं माननी चाहिए। हमें अपनी मंजिल को पाने के लिए बढ़ते रहना चाहिए। किसी भी चीज़ को अपने आड़े नहीं आने देना चाहिए। हमें लगातार मेहनत करते रहना चाहिए। औखे शब्दों के अर्थ करते हैं। अवार्डी, इनाम जेतू, अपंग, अपाहिज, विशेष योग्यता वाला मनुख, ट्राईसाइकिल 3 पहियां वाला साइकिल, रोल मॉडल, आदर्श, प्रैक्टिस, अभ्यास, अकाउंट्स, हिसाब किताब करना, वेट लिफ्टर, भार चुकण वाला खिडारी, स्पोर्ट्स परसन खिडारी, कोच, सिखाउण वाला, लागले, नेड़े दे, नाल लगदे, पोलियो, लत्तां दी एक बीमारी, शुभ चिंतक, हितेशी, भला सोचण वाला, सैल्फ समान रखण वाली थां, रिपेयर, मरम्मत, वित्ती मदद, आर्थिक सहायता, खिताब, पुरस्कार, सकारात्मक सोच, हाँ पक्की सोच। ਅਭਿਆਸ ਦੇ ਪ੍ਰਸ਼ਨ ਹਨ। ਰਜਿੰਦਰ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਤਾਂ ਰਜਿੰਦਰ ਸਿੰਘ ਦਾ ਜਨਮ
22 ਜੁਲਾਈ 1973 ਨੂੰ ਪਿੰਡ ਮਹਿਮਪੁਰ ਜਲੰਧਰ ਵਿਖੇ ਹੋਇਆ। ਬਚਪਨ ਵਿੱਚ ਹੀ ਰਜਿੰਦਰ ਕੌਰ ਦੀ ਜ਼ਿੰਦਗੀ ਵਿੱਚ ਕਿਹੜਾ ਦੁੱਖ ਦਾ ਪਹਾੜ ਟੁੱਟਿਆ? ਉਹਨਾਂ ਦੀਆਂ ਲੱਤਾਂ ਉਹਨਾਂ ਦੇ ਜਨਮ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਦੀਆਂ ਲੱਤਾਂ ਪੋਲੀਓ ਦਾ ਸ਼ਿਕਾਰ ਨੇ, ਉਹ ਕੰਮ ਨਹੀਂ ਕਰਦੀਆਂ ਸਨ। ਲਾਗਲੇ ਪਿੰਡ ਦੇ ਸਕੂਲ ਅਧਿਆਪਕਾਂ ਨੇ ਰਜਿੰਦਰ ਸਿੰਘ ਦੀ ਕਿਵੇਂ ਮਦਦ ਕੀਤੀ? ਉਹਨਾਂ ਨੂੰ ਟਰਾਈਸਾਈਕਲ ਭੇਟ ਕੀਤੀ। ਰਜਿੰਦਰ ਸਿੰਘ ਨੇ ਪਹਿਲਾ ਸੋਨ ਤਗਮਾ ਕਦੋਂ ਅਤੇ ਕਿੱਥੇ ਜਿੱਤਿਆ? ਤਾਂ ਰਜਿੰਦਰ ਸਿੰਘ ਨੇ ਪਹਿਲਾ ਸੋਨ ਤਗਮਾ 1997 ਵਿੱਚ ਪਾਵਰ ਲਿਫਟਿੰਗ ਵਿੱਚ ਪੰਜਾਬ ਓਪਨ ਬੈਚ ਪ੍ਰੈਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਜਿੱਤਿਆ। ਕਿਹੜੀ ਗੱਲ, ਅਗਲੇ ਪ੍ਰਸ਼ਨ ਦੇਖੋ, ਕਿਹੜੀ ਗੱਲ ਰਜਿੰਦਰ ਸਿੰਘ ਦੇ ਮਨ ਵਿੱਚ ਸਕਾਰਾਤਮਕ ਸੋਚ ਪੈਦਾ ਕਰਨ ਵਿੱਚ ਸਹਾਈ ਹੋਈ? ਤਾਂ ਰਜਿੰਦਰ ਸਿੰਘ ਨੇ ਜਦੋਂ ਆਪਣੇ ਮਾਤਾ ਪਿਤਾ ਨੂੰ ਵੇਖਿਆ ਕਿ ਉਹ ਕਦੇ ਵੀ ਨਿਰਾਸ਼ ਨਹੀਂ ਹੁੰਦੇ, ਉਲਟ ਪਰਿਸਥਿਤੀਆਂ ਦੇ ਬਾਅਦ ਵੀ ਉਹ ਖੁਸ਼ ਰਹਿੰਦੇ ਹਨ, ਗਰੀਬੀ ਹੋਣ ਦੇ ਬਾਅਦ ਵੀ ਉਹਨੂੰ ਉਠਾ ਕੇ ਉਸਦੇ ਇਲਾਜ ਕਰਾਉਣ ਲਈ ਤੁਰਦੇ ਰਹਿੰਦੇ ਹਨ, ਇਹ ਦੇਖ ਕੇ ਉਸਨੇ ਆਪਣੇ ਸਕਾਰਾਤਮਕ ਸੋਚ ਪੈਦਾ ਕੀਤੀ ਕਿ ਉਹ ਵੀ ਆਪਣੇ ਅੱਗੇ ਵਧਣ ਦੀ ਕੋਸ਼ਿਸ਼ ਲਗਾਤਾਰ ਕਰਦਾ ਰਹੇਗਾ। ਛੋਟੀ ਉਮਰ ਵਿੱਚ ਰਜਿੰਦਰ ਸਿੰਘ ਨੇ ਦੂਜੇ 'ਤੇ ਬੋਝ ਬਣੀ ਜ਼ਿੰਦਗੀ ਨੂੰ ਕਿਵੇਂ ਜਿਉਣ ਬਾਰੇ ਸੋਚਿਆ? ਉਹਨਾਂ ਨੇ ਆਪਣੇ ਛੋਟੇ ਛੋਟੇ ਕੰਮ ਖੁਦ ਕਰਨੇ ਸੋਚੇ ਅਤੇ ਸਕੂਲ ਖੁਦ ਆਉਣ ਲੱਗਿਆ। ਉਹ ਆਪਣੀ ਜ਼ਿੰਦਗੀ ਨੂੰ ਦੂਜਿਆਂ 'ਤੇ ਬੋਝ ਨਹੀਂ ਬਣਨ ਦੇਣਾ ਚਾਹੁੰਦਾ ਸੀ। ਰਜਿੰਦਰ ਸਿੰਘ ਨੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਕਿਹੜੇ ਸੰਘਰਸ਼ ਕੀਤੇ? ਉਹਨਾਂ ਦੇ 4 ਸੰਘਰਸ਼ਾਂ ਬਾਰੇ ਲਿਖੋ। ਉਹਨਾਂ ਨੇ ਟਾਈਪਿੰਗ ਸਿੱਖਣੀ ਸ਼ੁਰੂ ਕੀਤੀ, ਉਹਨਾਂ ਨੇ ਮੈਡੀਕਲ ਵਿੱਚ ਕੰਮ ਕੀਤਾ, ਉਹ ਸਕੂਲ ਖੁਦ ਜਾਣ ਲੱਗੇ ਅਤੇ ਉਹਨਾਂ ਨੇ ਜਦੋਂ ਉਹਨਾਂ ਦਾ ਚੋਣ ਹੋਈ ਸੀ ਇੱਕ ਚੈਂਪੀਅਨਸ਼ਿਪ ਵਿੱਚ ਤੇ ਉਹ ਖੁਦ ਉੱਥੇ ਗਏ ਸੀ। ਰੁੜ ਕੇ ਉਹਨਾਂ ਨੇ ਦਿੱਲੀ ਦੇ 12 ਸਟੇਸ਼ਨ ਪਾਰ ਕੀਤੇ ਸੀ। ਖੇਲ ਜਗਤ ਵਿੱਚ ਰਜਿੰਦਰ ਸਿੰਘ ਰੇਲੂ ਨੇ ਕਿਹੜੇ ਸਨਮਾਨ ਹਾਸਲ ਕੀਤੇ? ਤਾਂ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਅਰਜੁਨ ਅਵਾਰਡ ਦਿੱਤਾ ਗਿਆ, ਉਹਨਾਂ ਨੂੰ ਸਰਵੋਤਮ ਸਪੋਰਟਸ ਪਰਸਨ ਦੇ ਅਵਾਰਡ ਮਿਲੇ ਗਏ, ਉਹਨਾਂ ਨੇ ਨੈਸ਼ਨਲ ਖੇਡਾਂ ਵਿੱਚ 16 ਸੋਨ ਤਗਮੇ ਜਿੱਤੇ ਹਨ ਅਤੇ 4 ਨੈਸ਼ਨਲ ਰਿਕਾਰਡ ਉਹਨਾਂ ਦੇ ਨਾਮ ਹਨ। ਉਹਨਾਂ ਨੂੰ 4 ਵਾਰ ਸਟਰੋਂਗਮੈਨ ਆਫ ਇੰਡੀਆ ਦਾ ਖਿਤਾਬ ਵੀ ਦਿੱਤਾ ਗਿਆ ਹੈ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸਹੀ ਉੱਤਰ ਚੁਣੋ। ਇਹਨਾਂ ਵਿੱਚੋਂ ਅਸੀਂ 4 ਉੱਤਰ ਦਿੱਤੇ ਗਏ ਹਨ, ਸਹੀ ਉੱਤਰ ਚੁਣਨਾ ਹੈ। ਰਜਿੰਦਰ ਸਿੰਘ ਰੇਲੂ ਨੇ ਕਿਹੜੀ ਜਮਾਤ ਤੱਕ ਪੜ੍ਹਾਈ ਕੀਤੀ? 12ਵੀਂ ਜਮਾਤ। ਰਜਿੰਦਰ ਸਿੰਘ ਦੂਜਿਆਂ ਲਈ ਕੀ ਬਣਨਾ ਚਾਹੁੰਦਾ ਸੀ? ਰੋਲ ਮਾਡਲ। ਰਜਿੰਦਰ ਸਿੰਘ ਨੇ ਪਹਿਲੀ ਵਾਰ ਸੋਨ ਤਗਮਾ ਜਿੱਤਿਆ 1997। ਰਜਿੰਦਰ ਸਿੰਘ ਨੂੰ ਭਾਰਤ ਸਰਕਾਰ ਨੇ ਕਿਹੜਾ ਇਨਾਮ ਦਿੱਤਾ? ਅਰਜੁਨ ਅਵਾਰਡ। ਅੱਗੇ ਦੇਖੋ, ਖਾਲੀ ਥਾਵਾਂ ਭਰੋ। ਰਜਿੰਦਰ ਸਿੰਘ 2 ਭੈਣਾਂ ਅਤੇ 3 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਡਾਕਟਰ ਦੀ ਸਲਾਹ ਨਾਲ ਡੈਸ਼ ਸਿੱਖਣੀ ਸ਼ੁਰੂ ਕੀਤੀ ਤਾਂ ਡਾਕਟਰ ਦੀ ਸਲਾਹ ਨਾਲ ਟਾਈਪਿੰਗ ਸਿੱਖਣੀ ਸ਼ੁਰੂ ਕੀਤੀ। ਵੱਡੇ ਭਰਾ ਦੀ ਡੈਸ਼ ਸੀ ਤਾਂ ਵੱਡੇ ਭਰਾ ਦੀ ਸਕੂਟਰਾਂ ਦੀ ਵਰਕਸ਼ਾਪ ਸੀ। ਵਕਤ ਕੋਲ ਵੀ ਹਰ ਡੈਸ਼ ਦੀ ਦਵਾ ਨਹੀਂ ਹੁੰਦੀ ਤਾਂ ਵਕਤ ਕੋਲ ਹਰ ਮਰਜ਼ ਦੀ ਦਵਾ ਨਹੀਂ ਹੁੰਦੀ। ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ। ਤਾਂ ਪਹਿਲਾ ਹੈ ਉਮੀਦ। ਮੈਨੂੰ ਉਮੀਦ ਹੈ ਕਿ ਉਹ ਇਹ ਕੰਮ ਜ਼ਰੂਰ ਕਰੇਗਾ। ਸਮਝੌਤਾ, ਹਾਲਾਤ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਨਿਰਾਸ਼ਾ ਨੂੰ ਆਪਣੇ ਆਪ ਵਿੱਚ ਨਹੀਂ ਲਿਆਉਣਾ ਚਾਹੀਦਾ ਜਾਂ ਨਿਰਾਸ਼ਾ ਨੂੰ ਦੂਰ ਕਰਨ ਦਾ ਹੱਲ ਲੱਭਣਾ ਚਾਹੀਦਾ। ਦਾਨ, ਗਰੀਬਾਂ ਨੂੰ ਦਾਨ ਕਰਦੇ ਰਹੋ। ਹੇਠ ਲਿਖੇ ਸ਼ਬਦਾਂ ਨੂੰ ਗੁਰਮੁਖੀ ਲਿਪੀ ਵਿੱਚ ਲਿਖੋ। ਸਮਝੌਤਾ, ਸੈਕੰਡਰੀ, ਸਮੱਸਿਆ, ਸਟੇਡੀਅਮ। ਇਹਨਾਂ ਨੂੰ ਅਸੀਂ ਗੁਰਮੁਖੀ ਲਿਪੀ ਵਿੱਚ ਮਤਲਬ ਪੰਜਾਬੀ ਵਿੱਚ ਲਿਖਣਾ ਹੈ। ਸਰਵੋਤਮ, ਇਸ ਤਰੀਕੇ ਨਾਲ ਇਹਨਾਂ ਨੂੰ ਲਿਖਣਾ ਹੈ। ਅੱਗੇ ਦੇਖੋ, ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ। ਸਾਧਨ, ਵਚਨ ਬਦਲਣਾ ਹੈ ਅਸੀਂ। ਸਾਧਨ ਦਾ ਹੋ ਜਾਏਗਾ ਬਹੁਵਚਨ ਸਾਧਨਾ। ਭੈਣ ਇੱਕ ਵਚਨ ਹੈ ਤਾਂ ਇਸ ਦਾ ਹੋ ਜਾਏਗਾ ਭੈਣਾਂ। ਮੁਸੀਬਤਾਂ ਬਹੁਵਚਨ ਹੈ ਤਾਂ ਇਸ ਦਾ ਹੋ ਜਾਏਗਾ ਮੁਸੀਬਤ। ਸਥਿਤੀਆਂ ਹੈ ਤਾਂ ਇਸ ਦਾ ਹੋ ਜਾਏਗਾ ਇੱਕ ਵਚਨ ਸਥਿਤੀ। ਬੱਚਾ ਹੈ ਤਾਂ ਇਸ ਦਾ ਹੋ ਜਾਏਗਾ ਬੱਚੇ। ਅੱਗੇ ਦੇਖੋ, ਇੱਕੋ ਸ਼ਬਦ ਦੇ 2 ਵੱਖ-ਵੱਖ ਸ਼ਬਦਾਂ ਨੂੰ ਸਮਾਨਾਰਥਕ ਸ਼ਬਦਾਂ ਵਿੱਚ ਲਿਖੋ। ਪਾਣੀ ਦਾ ਹੋ ਗਿਆ ਨੀਰ ਅਤੇ ਜਲ, ਤਾਂ ਉਸ ਤੋਂ ਬਾਅਦ ਅਸੀਂ ਔਰਤ ਦਾ ਲਿਖਣਾ ਹੈ। ਔਰਤ ਦਾ ਹੋ ਜਾਏਗਾ ਨਾਰੀ, ਇਸਤਰੀ। ਫਿਰ ਮਾਂ ਦਾ ਅਸੀਂ ਲਿਖਾਂਗੇ ਮਾਤਾ, ਮੰਮੀ। ਮਨੁੱਖ ਦਾ ਅਸੀਂ ਲਿਖਾਂਗੇ ਇਨਸਾਨ ਅਤੇ ਮਾਨਵ। ਫਿਰ ਅੱਗੇ ਹੈ ਬੱਚਾ ਅਸੀਂ ਲਿਖਾਂਗੇ ਜਵਾਕ,
ਅਤੇ ਨਿਆਣਾ। ਇਸੇ ਤਰ੍ਹਾਂ ਇਸ ਪਾਠ ਨੂੰ ਤੁਸੀਂ ਪਹਿਲਾਂ ਪੜ੍ਹਨਾ ਹੈ ਅਤੇ ਫਿਰ ਇਸ ਦੇ ਪ੍ਰਸ਼ਨ ਉੱਤਰ ਕਰਨੇ ਹਨ। ਮੈਂ ਜਿਸ ਤਰ੍ਹਾਂ ਇਸ ਦੇ ਇਹ ਗ੍ਰਾਮਰ ਦੇ ਵੀ ਕਰਵਾਏ ਹਨ, ਇਹ ਵੀ ਤੁਸੀਂ ਲਿਖਣੇ ਆ। ਧੰਨਵਾਦ।